दोए कर जोर मांगो एक दाना। साहिब तुठै पावा, सास सास नानक आराधे। आठ पहर गुण गावा, सास सास नानक आराधे। आठ पहर गुण गावा, नाहं जति सती नहीं पड़िया। मूरख मुगदा जन्म पया। प्रणवत नानक तिन की शरणा। जिन तू नाहि विसरिया। प्रणवत नानक तिन की शरणा। जिन तू नाहि विसरिया। मेरी पीरी दे मालक अकाल तख्त साहब दे सिरजनहार छेवें पातशाह धन सतगुरु श्री गुरु हरगोबिंद साहब बंदी छोड़ दाता, जिन्हां नूं मेरे दाते ने संसारक कैद तो ही केवल मुक्त नहीं कीता, ऐसी जीवन दी रोशनी अंदर दी किरपा बख्शिश कीती। इतिहास दे ओ सुनहरी पन्ने आप सारी संगत नाल ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸਾਂਝ ਪਾ ਕੇ ਗਏ ਨੇ। ਸਮਾਂ ਬਿਲਕੁਲ ਸੀਮਿਤ ਜਿਹਾ ਹੈ, 2-4 ਬੇਨਤੀਆਂ ਕਰਨੀਆਂ ਨੇ। ਆਪ ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਬੈਠੀ ਹੋ, ਅਸੀਸ ਬਖਸ਼ੋ, ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिस वक़्त बाबर ने धन सतगुरु श्री गुरु नानक साहब पातशाह जी महाराज नूं अपनी कैद दे विच लिया है, हजूर जिहड़े गुरु ग्रंथ साहब दी पावन पवित्र बाणी विच ये बचन किरपा करदे ने, सच की बाणी नानक आखै सच सुनाए सी सच की बेला। बेला का सीधा सीधा मतलब यह है वेला समा। ते गुरु रूप साध संगत मेरे धन सतगुरु श्री गुरु नानक साहब पातशाह जी महाराज बाबर नूं ये लफज कह के संबोधन होंदे ने कि तेनू ये नां शोभा नहीं देंदा। किन्ना चंगा हुंदा
ਜੇ ਤੇਰੇ ਨਾਂ ਨਾਲ ਬੱਬੇ ਦੀ ਥਾਂ ਦੇ ਉੱਤੇ ਜੱਜਾ ਲੱਗਾ ਹੁੰਦਾ, ਸੰਸਾਰ ਤੈਨੂੰ ਬਾਬਰ ਦੀ ਥਾਂ ਤੇ ਜਾਬਰ ਕਹਿ ਕੇ ਸੰਬੋਧਨ ਕਰਦਾ। ਜਿਸ ਵਕਤ ਹਜ਼ੂਰ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਇਆ ਤੇ ਅੰਤਰ ਆਤਮੇ ਵੀ ਝਾਤ ਮਾਰੀ ਕਿ ਕਿਉਂ ਇਹ ਨਾਂ ਮੇਰੀ ਪਰਸਨੈਲਿਟੀ ਨੂੰ, ਮੇਰੀ ਸ਼ਖਸੀਅਤ ਨੂੰ ਸ਼ੋਭਾ ਨਹੀਂ ਦਿੰਦਾ। ਤੇ ਮੇਰੇ ਹਜ਼ੂਰ ਨੇ ਜਦੋਂ ਸੱਚ ਉਸ ਦੇ ਸਨਮੁਖ ਪ੍ਰਗਟ ਕੀਤਾ, ਸਾਧ ਸੰਗਤ ਇਹ ਚੇਤੇ ਰੱਖਿਆ ਜੀ, ਸੰਸਾਰ ਦੇ ਵਿੱਚ ਜਿੰਨੇ ਵੀ ਜ਼ੁਲਮ ਹੋਏ ਨੇ, ਈਵਨ ਜਿੰਨੇ ਵੀ ਜੰਗ ਹੋਏ ਨੇ, ਜਦੋਂ ਧਾਰਮਿਕ ਜਗਤ ਦੇ ਨਜ਼ਰੀਏ ਤੋਂ ਉਹਦੀ ਗਹਿਰਾਈ ਨੂੰ ਮਾਪਾਂਗੇ ਤੇ ਸਾਨੂੰ ਇਹ 4-5 ਮੋਟੇ ਰੂਪ ਦੇ ਵਿੱਚ ਕਾਰਨ ਨਜ਼ਰ ਆਉਣਗੇ ਕਿ ਵੇਲੇ ਦਾ ਹੁਕਮਰਾਨ ਲੋਭ ਦੇ ਅਧੀਨ ਹੋ ਕੇ ਕੰਮ ਕਮਾ ਰਿਹਾ ਹੈ, ਅਹੰਕਾਰ ਵਸ ਹੋ ਕੇ ਉਸ ਨੇ ਇਹ ਖਿਆਲ, ਇਹ ਸੁਪਨਾ ਬੁਣਿਆ ਹੈ ਕਿ ਮੈਂ ਪੂਰੀ ਦੁਨੀਆ ਦੀ ਰਾਜ ਸੱਤਾ ਜਾਇਜ਼ ਨਜਾਇਜ਼ ਢੰਗ ਦੇ ਨਾਲ ਕਾਬਜ਼ ਕਰ ਲਵਾਂ। ਮੈਂ ਆਪਣੇ ਜਿਉਂਦੇ ਜੀ ਕੁਝ ਐਸਾ ਸੰਸਾਰ ਦੇ ਵਿੱਚ ਕਰ ਜਾਵਾਂ ਕਿ ਇਤਿਹਾਸ ਦੇ ਪੰਨਿਆਂ ਦੇ ਉੱਤੇ ਮੇਰਾ ਨਾਂ ਅੰਕਿਤ ਹੋ ਜਾਵੇ ਤੇ ਉਸ ਦਾ ਢੰਗ ਵਸੀਲਾ, ਇਹਦੇ ਨਾਲ ਕਿਸੇ ਨੂੰ ਲਾਭ ਕੀ ਹੋਵੇਗਾ, ਨਫਾ ਕੀ ਹੋਵੇਗਾ, ਨੁਕਸਾਨ ਕੀ ਹੋਵੇਗਾ, ਇਸ ਗੱਲ ਨੂੰ ਨਾ ਵਾਚਿਆ ਗਿਆ। ਥੋੜਾ ਜਿਹਾ ਹੋਰ ਅੱਗੇ ਵਧੀਏ। ਹਮਾਯੂ ਮੈਦਾਨੇ ਜੰਗ ਦੇ ਵਿੱਚ ਹਾਰ ਜਾਂਦਾ ਹੈ। ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਸਨਮੁਖ ਹਾਜ਼ਰ ਹੁੰਦਾ ਹੈ। ਸਾਧ ਸੰਗਤ, ਰਵਾਇਤਾਂ ਬਦਲ ਗਈਆਂ ਨੇ, ਢੰਗ ਬਦਲ ਗਏ ਨੇ, ਨਜ਼ਰੀਆ ਬਦਲ ਗਿਆ ਹੈ। ਆ ਨੌਜਵਾਨ ਵੀਰ ਗੱਲਾਂ ਬਾਤਾਂ ਕਰਦੇ ਪਏ ਨੇ, ਇਹਨਾਂ ਨੂੰ ਬੇਨਤੀ ਵੀ ਥੋੜਾ ਜਿਹਾ ਧਿਆਨ ਦਿਓ ਬੱਚਿਓ। ਮੱਲ ਅਖਾੜੇ ਤੋਂ ਬਾਹਰ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਖਲੋਤੇ ਹੋਏ ਨੇ। ਆਪ ਸਤਿਗੁਰੂ ਆਪਣੀ ਨਿਗਰਾਨੀ ਦੇ ਵਿੱਚ ਘੋਲ ਕਰਵਾਉਂਦੇ ਪਏ ਨੇ, ਫਿਜ਼ੀਕਲ ਐਕਸਰਸਾਈਜ਼ ਕਰਵਾਉਂਦੇ ਪਏ ਨੇ ਤੇ ਸੁਰਤ ਨੂੰ ਤੇ ਸਰੀਰ ਨੂੰ ਬਲਵਾਨ ਕਰਨ ਵਾਸਤੇ ਅਭਿਆਸ ਦੀ ਪ੍ਰੈਕਟਿਸ ਦੀ ਲੋੜ ਹੈ। ਸੁਰਤ ਦੀ ਪ੍ਰੈਕਟਿਸ ਹੋਣੀ ਹੈ ਸ਼ਬਦ ਦੇ ਨਾਲ, ਸ਼ਬਦ ਦੇ ਨਾਲ ਜੁੜਿਆ, ਸ਼ਬਦ ਦੇ ਨਾਲ ਸਾਂਝ ਪਾਇਆ। ਜਿੰਨਾ ਕੋਈ ਸ਼ਬਦ ਦੇ ਨੇੜੇ ਗਿਆ ਏ, ਓਨੀ ਉਹਦੀ ਸੁਰਤ, ਓਨਾ ਉਹਦਾ ਧਿਆਨ ਪਰਪੱਕ ਹੋਇਆ, ਚੜ੍ਹਦੀ ਕਲਾ ਵਾਲਾ ਹੋਇਆ, ਓਨੀ ਉਹਨੂੰ ਸਮਝ ਆਈ ਏ, ਓਨਾ ਉਹ ਗਿਆਨ ਦੇ ਨੇੜੇ ਗਿਆ ਏ। ਤੇ ਜੇ ਇਹ ਈਡੀਅਮ ਪ੍ਰਚਲਿਤ ਹੈ ਇੱਥੋਂ ਦਾ, ਸਟਰੋਂਗ ਬਾਡੀ ਹੈਜ਼ ਸਟਰੋਂਗ ਮਾਈਂਡ, ਇਹ ਪ੍ਰਚਲਿਤ ਗੱਲ ਹੈ। ਦਾਨੇ ਸੱਜਣ, ਤੁਸੀਂ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ, ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਦੋਂ ਹਮਾਯੂ ਨੂੰ ਸੰਬੋਧਨ ਹੁੰਦੇ ਨੇ, ਜਦੋਂ ਉਹ ਮਹਿਸੂਸ ਕਰਦਾ ਹੈ ਕਿ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੇਰੇ ਵੱਲ ਤਵੱਜੋ ਨਹੀਂ ਦੇ ਰਹੇ। ਸਾਧ ਸੰਗਤ, ਇੱਕ ਟ੍ਰੈਜਡੀ ਹੈ ਦੁਨੀਆ ਦੀ ਬੜੀ ਵੱਡੀ। ਕਿਸੇ ਅਹੁਦੇ ਰੁਤਬੇ ਉੱਤੇ ਬੰਦਾ ਰਿਹਾ ਹੋਵੇ ਤੇ ਉਹ ਖੁੱਸ ਜਾਏ, ਤੇ ਜਦੋਂ ਆਪਾਂ ਦਵਾਈ ਲੈਂਦੇ ਹਾਂ ਨਾ ਤੇ ਆਪਾਂ ਧਿਆਨ ਨਾਲ ਵੇਖਦੇ ਹਾਂ, ਮੈਡੀਸਨ ਲੈਣ ਵੇਲੇ ਉਹਦੇ ਉੱਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ, ਪਰ ਜਿਹੜਾ ਰੁਤਬੇ ਦਾ ਐਕਸਪਾਇਰੀ ਡੇਟ ਹੈ ਨਾ, ਉਹ ਵਕਤ ਨਾਲ ਉਹ ਤਾਂ ਲੰਘ ਜਾਂਦੀ ਹੈ, ਬਦਲ ਜਾਂਦੀ ਹੈ, ਪਰ ਬੰਦਾ ਉਸ ਰੁਤਬੇ ਦਾ ਪ੍ਰਾਊਡ ਹੈ, ਜਿਹੜਾ ਅਹੰਕਾਰ ਹੈ, ਜਿਹੜਾ ਉਹ ਆਖਰੀ ਸਵਾਸਾਂ ਤੱਕ ਈਵਨ ਉਹ ਚਾਹੁੰਦਾ ਹੈ ਕਿ ਜਦੋਂ ਵੀ ਦੁਨੀਆ ਮੈਨੂੰ ਸੰਬੋਧਨ ਕਰੇ, ਜੇ ਮੈਨੂੰ ਉਸ ਰੁਤਬੇ ਨਾਲ ਨਾ ਜਾਣਿਆ ਜਾਏ ਤੇ ਘੱਟੋ ਘੱਟ ਮੇਰੇ ਨਾਲ ਸਾਬਕਾ ਅੱਖਰ ਲੱਗ ਜਾਏ, ਪਰ ਮੈਨੂੰ ਜਾਣਿਆ ਉਸੇ ਰੁਤਬੇ ਨਾਲ ਹੀ ਜਾਏ। ਇਹ ਤੁਹਾਡੀ ਮੇਰੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ। ਹਜ਼ੂਰ ਦੇ ਬੜੇ ਪਵਿੱਤਰ ਬੋਲ ਨੇ ਜਿਨ੍ਹਾਂ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਕਬੀਰ ਮਾਇਆ ਤਜੀ ਤੋ ਕਿਆ ਪਾਇਆ। ਬੰਦਾ ਪ੍ਰਭਾਵਿਤ ਹੋ ਕੇ, ਇਮੋਸ਼ਨਲ ਹੋ ਕੇ ਜਾਂ ਰੋਂਦਾ ਪਿੱਟਦਾ ਵੇਖ ਕੇ ਕਿਸੇ ਨੂੰ 4 ਪੈਸੇ ਦੇ ਦਿੰਦਾ, ਮਾਇਆ ਤਿਆਗ ਦਿੱਤੀ, ਛੱਡ ਦਿੱਤੀ।
ਪਰ ਸਾਰੀ ਜ਼ਿੰਦਗੀ ਉਹ ਬੰਦਾ ਇਹ ਗੱਲ ਕਹਿੰਦਾ ਹੈ, ਤੂੰ ਮੈਨੂੰ ਜਾਣਦਾ ਨਹੀਂ, ਮੈਂ ਇੰਨੇ ਕਿੱਲੇ ਡੋਨੇਟ ਕੀਤੇ ਹੋਏ ਨੇ, ਇੰਨੇ ਡਾਲਰ ਡੋਨੇਟ ਕੀਤੇ ਹੋਏ ਨੇ। ਹਜ਼ੂਰ ਕਹਿਣ ਲੱਗੇ ਕਿ ਡੋਨੇਸ਼ਨ ਤੇ ਤੂੰ ਕਰ ਦਿੱਤੀ, ਪਰ ਪਹਿਲਾਂ ਤੈਨੂੰ ਪ੍ਰਾਊਡ ਸੀ ਵੀ ਮੈਂ ਮਾਲਕ ਹਾਂ ਇੰਨੀ ਮਾਇਆ ਦਾ। ਹੁਣ ਅੰਦਰ ਦੀ ਹਾਲਤ ਜਿਉਂ ਦੀ ਤਿਉਂ ਹੈ। ਹੁਣ ਮੈਂ ਸਮਝਦਾ ਵੀ ਮੈਂ ਡੋਨਰ ਹਾਂ, ਮੈਂ ਡੋਨੇਟ ਕੀਤੇ ਨੇ ਇੰਨੇ ਡਾਲਰ। ਜਦੋਂ ਕਿ ਮੈਨੂੰ ਨਹੀਂ ਲੱਗਦਾ ਕਿ ਜਦੋਂ ਸਿੱਖ ਦੀ ਮਦਦ ਕਰਦਾ ਹੈ ਤੇ ਜਿਹੜਾ ਲੈਣ ਵਾਲਾ ਹੈ ਉਹਦੇ ਉੱਤੇ 0% ਵੀ ਕੋਈ ਸਹਾਨ ਕਰਦਾ ਪਿਆ ਹੋਵੇ। ਸੋਸ਼ਲ ਮੀਡੀਆ ਤੇ ਜਾ ਕੇ ਵੇਖੋ, ਫੋਟੋਆਂ ਖਿਚਾਉਣ ਵਾਲਿਆਂ ਦੀ ਭਰਮਾਰ ਲੱਗੀ ਪਈ ਹੈ, ਜੈ ਜੈਕਾਰ ਕਰਾਈ ਹੋਈ ਹੈ। ਇੱਕ ਉਹ ਥੈਲੀ ਦੇ ਕੇ ਉਹ ਪਰਿਵਾਰ ਹੁਣ ਪਹਿਲਾਂ ਹੀ ਪੁੱਛਦੇ ਨੇ ਵੀ ਪਹਿਲਾਂ ਫੋਟੋ ਖਿਚਾ ਲਈਏ ਫਿਰ ਲੈਣ ਦੇਣ ਵਾਲਾ ਕੰਮ ਕਰ ਲਾਂਗੇ। ਹਕੀਕਤ ਹੈ। ਤੇ ਬਹੁਤਾਤ ਵਾਰੀ ਵਿਦੇਸ਼ਾਂ ਵਿੱਚ ਬੈਠੀ ਹੋਈ ਸੰਗਤ ਨੂੰ ਇਸ ਗੱਲ ਨਾਲ ਭਰਮਾਇਆ ਜਾਂਦਾ ਹੈ ਵੀ ਆਹ ਦੇਖੋ ਅਸੀਂ ਆਹ ਸੋਸ਼ਲ ਵਰਕ ਕਰ ਰਹੇ ਹਾਂ ਤੇ ਤੁਸੀਂ ਸਾਡੀ ਮਦਦ ਕਰੋ। ਉਹਦੇ ਵਿੱਚ ਅਸੀਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਨਾਂ ਲਿਖਵਾਇਆ। ਖੈਰ ਮੇਰਾ ਇਹ ਵਿਸ਼ਾ ਨਹੀਂ, ਪਰ ਜਿਹੜੀ ਮੈਂ ਬੇਨਤੀ ਕਰਨਾ ਪਿਆ ਸੀ ਉਹਦੇ ਵੱਲ ਧਿਆਨ ਦਿਓ। ਇਹ ਸ਼ਬਦ ਪੂਰਾ ਕਰ ਲਈਏ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਇੱਕ ਸਾਡੀ ਕਿਤਾਬ ਦੇ ਵਿੱਚ ਅੱਖਰ ਲਿਖੇ ਹੋਏ ਨੇ ਇਸ ਗੱਲ ਦੇ ਨਾਲ ਜੁੜਦੇ, ਮੈਂ ਉਹ ਕਹਿਣਾ ਚਾਹੁੰਦਾ, ਤਵੱਜੋ ਦਿਆ ਜੇ। ਮੈਂ ਕਹਿਣੇ ਤਾਂ ਨਹੀਂ ਜੇ ਤੁਸੀਂ ਗੁੱਸਾ ਨਹੀਂ ਕਰਨਾ ਤਾਂ। ਇੱਕ ਨਾ ਬਿਲਕੁਲ ਵਡੇਰੀ ਉਮਰ ਦਾ ਬਜ਼ੁਰਗ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜੂੰ ਲੱਗਾ ਪੱਥਰ ਰਗੜਨ, ਪੂਰਾ ਜ਼ੋਰ ਲਾਤਾ ਜੀ। ਨੌਜਵਾਨ ਵੀਰ ਨੂੰ ਕਿਤੇ ਤਰਸ ਆ ਗਿਆ, ਬਾਪੂ ਮੈਂ ਤੁਹਾਡੀ ਮਦਦ ਕਰ ਦੇਣਾ, ਪੱਥਰ ਵੈਸੇ ਵੀ ਸਾਫ਼ ਹੈ, ਤੁਸੀਂ ਕਿਉਂ ਇੰਨਾ ਜ਼ੋਰ ਲਾਉਂਦੇ ਪਏ? ਮੈਨੂੰ ਸਮਝ ਨਹੀਂ ਆਈ ਗੱਲ। ਉਹ ਬਾਪੂ ਕਹਿੰਦਾ ਵੀ ਇਸ ਪੱਥਰ ਦੇ ਉੱਤੇ ਸਾਡੇ ਪਰਿਵਾਰ ਦਾ ਨਾਂ ਲਿਖਿਆ ਹੋਇਆ ਸੀ, ਮੈਂ ਉਹ ਲੱਭਣਾ ਪਿਆ। ਬੜਾ ਔਖਾ ਹੈ ਅੰਦਰ ਨੂੰ ਬਦਲਣਾ, ਬੜਾ ਔਖਾ ਹੈ ਕੁਝ ਕਰਕੇ ਉਹਨੂੰ ਛੱਡ ਦੇਣਾ, ਉਹਨੂੰ ਭੁੱਲ ਜਾਣਾ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਅੱਗੇ ਸੁਣਿਆ ਜੇ ਪਾਠ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਕਈ ਵਾਰੀ ਨਾ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਸੁਣਾਉਂਦੇ ਆ ਤੇ ਮੇਰਾ ਵੀ ਅੰਦਰ ਝੰਜੋੜਿਆ ਜਾਂਦਾ ਵੀ ਆਪਾਂ ਇਹ ਗੱਲ ਨਾ ਹੀ ਕਹੀਏ ਵੀ ਸਾਡੇ ਗੁਰੂ ਨੇ ਐਵੇਂ ਕੀਤਾ ਹੈ, ਕਿਉਂਕਿ ਗੁਰਮਤ ਫਲਸਫਾ ਸਾਨੂੰ ਇਹਦੀ ਵੀ ਇਜਾਜ਼ਤ ਨਹੀਂ ਦਿੰਦਾ। ਜੇ ਉਹ ਇਸ ਵਰਤਾਰੇ ਨੂੰ ਭੁੱਲ ਗਏ ਨੇ, ਕੀਤੇ ਹੋਏ ਨੂੰ ਵਿਸਾਰ ਦਿੱਤਾ ਉਹਨਾਂ ਨੇ, ਤੇ ਗਿਆਨੀ ਜੀ ਹੋਰਾਂ ਨੇ ਬੜੀ ਡਿਟੇਲ ਵਿੱਚ ਇਹ ਗੱਲ ਕੀਤੀ ਹੈ ਕਿ ਜਿਨ੍ਹਾਂ ਦੇਖੋ ਜਦੋਂ ਕੌਮ ਦੇ ਉੱਤੇ ਬਹੁ ਗਿਣਤੀ ਦਾ ਪ੍ਰਭਾਵ ਹੋਵੇ ਨਾ ਤੇ ਵਿਆਖਿਆ ਵਿਸ਼ਲੇਸ਼ਣ ਆਪਣੇ ਆਪ ਪ੍ਰਭਾਵਿਤ ਹੁੰਦਾ ਹੈ, ਬਦਲ ਜਾਂਦਾ ਹੈ। ਉਹ 52 ਦੇ 52 ਜਿਨ੍ਹਾਂ ਨੂੰ ਆਪਾਂ ਕਦੀ 22 ਧਾਰ ਦੇ ਰਾਜੇ ਕਹਿੰਦੇ ਆ, ਕਦੀ ਪਹਾੜੀ ਰਾਜੇ ਕਹਿੰਦੇ ਆ, ਪਰ ਸਾਡੇ ਵਿੱਚ ਇਹ ਜ਼ਰੂਰਤ ਨਹੀਂ ਪੈਂਦੀ ਵੀ ਉਹ ਸਾਰੇ ਦੇ ਸਾਰੇ ਹਿੰਦੂ ਸੀਗੇ। ਕਦੇ ਇਹ ਜ਼ਰੂਰਤ ਨਹੀਂ ਪੈਂਦੀ, ਹਿੰਮਤ ਨਹੀਂ ਪੈਂਦੀ। ਤੇ ਉਹਨਾਂ ਸਾਰਿਆਂ ਨੇ ਗੁਰੂ ਘਰ ਨਾਲ ਵਕਤ ਲੰਘਣ ਤੋਂ ਬਾਅਦ ਮੱਥਾ ਲਾਇਆ। ਕਿਵੇਂ? ਜਿਵੇਂ 1947 ਲੰਘਣ ਤੋਂ ਬਾਅਦ ਕੋਈ ਐਸਾ ਦਿਨ ਨਹੀਂ ਜਦੋਂ ਸਿੱਖਾਂ ਨੂੰ ਅਹਿਸਾਸ ਨਹੀਂ ਕਰਵਾਇਆ ਕਿ ਤੁਸੀਂ ਸਾਡੇ ਗੁਲਾਮ ਹੋ। ਫਿਰ ਵਾਪਸ ਆ ਜਾਈਏ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਉਹਦੇ ਵੱਲ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਕੋਈ ਟਾਵਾਂ ਬੰਦਾ ਹੈ ਜਿਹੜਾ ਇਹਦੇ ਪ੍ਰਭਾਵ ਤੋਂ ਬਚ ਜਾਏ। ਜਿੱਥੋਂ ਮੈਂ ਬੇਨਤੀ ਪ੍ਰਾਰੰਭ ਕੀਤੀ ਸੀ ਉਹ ਲਾਈਨ ਫੇਰ ਦੁਹਰਾਉਣ ਲੱਗਾ। ਦੁਨੀਆ ਦੇ ਵਿੱਚ ਜਿੰਨੀਆਂ ਜੰਗਾਂ ਹੋਈਆਂ ਨੇ, ਜਿੰਨੀਆਂ ਜੇਲਾਂ ਬਣੀਆਂ ਨੇ, ਜਿੰਨੇ ਵਿਕਾਰ ਕਮਾਏ ਗਏ ਨੇ, ਉਸ ਸਾਰੇ ਵਰਤਾਰੇ ਦੇ ਪਿੱਛੇ ਇੱਕੋ ਕੰਮ ਕਰਦਾ ਹੈ। ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਉਹ ਕਾਰਜ ਕੀ ਹੈ? ਜਾਂ ਬੰਦਾ ਕਾਮ ਦੇ ਅਧੀਨ ਹੋ ਕੇ ਕਰਮ ਕਮਾ ਰਿਹਾ ਹੈ, ਜਾਂ ਲੋਭ ਦੇ ਅਧੀਨ ਹੋ ਕੇ ਜ਼ੁਲਮ ਕਰਦਾ ਪਿਆ, ਜਾਂ ਆਪਣੇ ਅਹੰਕਾਰ ਦੀ ਪੂਰਤੀ ਵਾਸਤੇ ਇੱਕ ਮੁਲਕ ਤੋਂ ਦੂਜਾ ਮੁਲਕ, ਦੂਜੇ ਮੁਲਕ ਤੋਂ ਤੀਜਾ ਮੁਲਕ ਦੁਨੀਆ ਦੀ ਤਹਿਸ ਨਹਿਸ ਕਰਦਾ ਜਾ ਰਿਹਾ ਹੈ। ਤੇ ਇਸੇ ਭਾਵਨਾ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਬਾਬਰ ਨੂੰ ਸੰਬੋਧਨ ਹੋ ਕੇ ਕਿਹਾ ਸੀ, ਤੂੰ ਲੋਭ ਵਸ ਹੋ ਕੇ, ਲੋਭ ਦਾ ਗੁਲਾਮ ਹੋ ਕੇ ਦੁਨੀਆ ਉੱਤੇ ਜ਼ੁਲਮ ਕਮਾ ਰਿਹਾ ਹੈ। ਤੇ ਗੁਰੂ ਰੂਪ ਸਾਧ ਸੰਗਤ, ਗਵਾਲੀਅਰ ਦੇ ਕਿਲੇ ਵਿੱਚ ਜਿੰਨੇ ਵੀ ਰਾਜੇ ਡੱਕੇ ਹੋਏ ਸੀ, ਉਹਨਾਂ ਦੀ ਵਿਲੱਖਣ ਗੱਲ ਇਹ ਸੀ ਕਿ ਉਹਨਾਂ ਨੇ ਗਾਏ ਬਗਾਏ ਕਿਸੇ ਨਾ ਕਿਸੇ ਵੇਲੇ ਬਾਗੀ ਸੁਰ ਆਲਾਪੀ ਸੀ।
ਅੱਜ ਪੰਜਾਬ ਨੇ ਜੇ ਹੁਕਮਰਾਨ ਦੇ ਉਲਟ ਫਾਰਮਰ ਐਜੀਟੇਸ਼ਨ ਪ੍ਰਾਰੰਭ ਕੀਤਾ ਹੈ ਨਾ, ਅੱਜ ਦੇ ਦਿਨ ਸਾਧ ਸੰਗਤ ਬਸ ਇਹ ਗੱਲ ਪੱਲੇ ਬੰਨ੍ਹ ਲਓ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਬੰਦੀ ਛੋੜ ਦਾਤੇ ਨੇ ਨਾ 52 ਨੂੰ ਰਿਹਾ ਕਰਾ ਕੇ ਲਿਆਏ ਨੇ। ਕਿਤਾਬ ਦਾ ਨਾਂ ਹੈ ਗੁਰੂ ਭਰੋਸਾ ਪ੍ਰਭੂ ਭਰੋਸਾ। ਉਹ ਦਾਨਾ ਸੱਜਣ ਲਿਖਦਾ, ਉਹ ਕਹਿੰਦਾ ਵੀ ਜਿਹੜੀ ਗੱਲ ਜਹਾਂਗੀਰ ਨੇ ਕਿਸ ਵੀ ਅੰਦਾਜ਼ ਵਿੱਚ ਕਹੀ ਹੈ, ਪਰ ਉਸ ਗੱਲ ਦੇ ਵਿੱਚ ਵਜਨ ਬੜਾ ਹੈ, ਮੁੱਲ ਬੜਾ ਹੈ। ਸੁਣਿਆ ਜੇ ਧਿਆਨ ਨਾਲ, ਉਹ ਕਿਵੇਂ? ਕਹਿਣ ਲੱਗੇ ਜੇ 52 ਦੀ ਥਾਂ ਦੇ ਉੱਤੇ 52,000 ਹੁੰਦੇ, 52 ਲੱਖ ਹੁੰਦੇ, 52 ਕਰੋੜ ਹੁੰਦੇ, 52 ਅਰਬ ਹੁੰਦੇ, 52 ਖਰਬ ਵੀ ਕਿਉਂ ਨਾ ਹੁੰਦੇ, ਗੁਰੂ ਇੰਨੀ ਸਮਰੱਥਾ ਦਾ ਮਾਲਕ ਹੈ। ਸੰਸਾਰਕ ਜੇਲ੍ਹ ਹੀ ਨਹੀਂ, ਗੁਰੂ ਇਸ ਜੀਵਨ ਨੂੰ ਵਿਕਾਰਾਂ ਤੋਂ ਮੁਕਤ ਕਰਕੇ ਰੱਬ ਦੇ ਵਿੱਚ ਅਭੇਦ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹੜੀ ਗੱਲ ਜਹਾਂਗੀਰ ਨੇ ਕਹੀ, ਕਹਿਣ ਲੱਗੇ ਉਹ ਅੱਜ ਵੀ 21ਵੀਂ ਸਦੀ ਵਿੱਚ ਵੀ ਗੱਲ ਬਿਲਕੁਲ ਸੱਚੀ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਬਾਬਤ ਜਹਾਂਗੀਰ ਕਹਿੰਦਾ ਵੀ ਜਿਹੜਾ ਜਿਹੜਾ ਗੁਰੂ ਦਾ ਲੜ ਫੜ ਲਏਗਾ, ਪੱਲਾ ਫੜ ਲਏਗਾ, ਉਹ ਜੇਲ੍ਹ ਚੋਂ ਰਿਹਾ ਹੋ ਜਾਏਗਾ। ਸਾਧ ਸੰਗਤ ਮੇਰਾ ਯਕੀਨ ਕਰਿਆ ਜੇ, ਅੱਜ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਏਗਾ ਉਹਦਾ ਜੀਵਨ ਮੁਕਤ ਹੋ ਜਾਏਗਾ। ਸਤਿਗੁਰ ਸਿੱਖ ਕੇ, ਉੱਚੀ ਬੋਲੋ ਜਿਨ੍ਹਾਂ ਨੂੰ ਯਾਦ ਹੈ, ਸਤਿਗੁਰ ਸਿੱਖ ਕੇ ਬੰਧਨ ਕਾਟਿਆ। ਗੁਰੂ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ। ਗੁਰੂ ਕਰਦਾ ਹੀ ਸਿਰਫ ਵਿਕਾਰਾਂ ਤੋਂ ਨਿਰਲੇਪ ਹੈ। ਗੁਰ ਕਾ ਸਿੱਖ ਵਿਕਾਰ ਤੇ ਹਟਿਆ। ਕਿਵੇਂ? ਸਤਿਗੁਰ ਸਿੱਖ ਕੋ ਨਾਮ ਧਨ ਦੇ। ਗੁਰੂ ਸਿੱਖ ਦੀ ਝੋਲੀ ਵਿੱਚ ਉਹ ਕੀਮਤੀ ਖਜ਼ਾਨਾ ਪਾਉਂਦਾ ਜਿਹਦੇ ਨਾਲ ਵਿਕਾਰ ਸਿੱਖ ਦੇ ਮਨ ਦੇ ਉੱਤੇ ਕਿਣਕਾ ਮਾਤਰ ਵੀ ਪ੍ਰਭਾਵ ਨਹੀਂ ਪਾ ਸਕਦੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਤੇ ਉਸ ਨਾਮ ਧਨ ਨੂੰ ਪ੍ਰਾਪਤ ਕਰਕੇ ਗੁਰ ਕਾ ਸਿੱਖ ਵੱਡ ਭਾਗੀ ਹੈ। ਉਹ ਗੁਰੂ ਦਾ ਸਿੱਖ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਮਹਿਸੂਸ ਕਰਦਾ ਕਿ ਮੈਂ ਗੁਰੂ ਦੇ ਚਰਨਾਂ ਨਾਲ ਜੁੜ ਕੇ, ਤੇ ਯਕੀਨ ਕਰਿਆ ਜੇ ਗੁਰੂ ਰੂਪ ਸਾਧ ਸੰਗਤ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦਾ ਇੰਨੀ ਮਹਿਮਾ, ਇੰਨਾ ਪ੍ਰਤਾਪ, ਜਿਹਨੂੰ ਆਪਣਿਆਂ ਹੱਥਾਂ ਦੇ ਨਾਲ ਪਾਲਿਆ, ਪੋਸਿਆ, ਵੱਡਾ ਕੀਤਾ, ਜਦੋਂ ਉਹ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਆ ਕੇ ਰੂਬਰੂ ਹੋਇਆ ਤੇ ਹਜ਼ੂਰ ਕਹਿਣ ਲੱਗੇ ਪਹਿਲਾ ਵਾਰ ਤੂੰ ਕਰ। ਜਦੋਂ ਕੋਈ ਪੇਸ਼ ਨਾ ਗਈ, ਦੂਜਾ ਵਾਰ ਕਿਹਾ ਤੂੰ ਕਰ, ਫਿਰ ਤੀਜਾ ਵਾਰ ਕਿਹਾ ਤੂੰ ਕਰ। ਤੇ ਜਦੋਂ ਤਿੰਨੇ ਵਾਰ ਖਾਲੀ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਾਕਾ, ਮੈਂ ਤੈਨੂੰ ਦੱਸਾਂ ਜੰਗ ਕਿਵੇਂ ਲੜੀ ਦੀ ਏ, ਵਾਰ ਕਿਵੇਂ ਕਰੀਦਾ। ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਵਾਰ ਕੀਤਾ, ਸਰੀਰ ਦੇ 2 ਟੁਕੜੇ ਹੋ ਗਏ, ਧਰਤੀ ਦੇ ਉੱਤੇ ਡਿੱਗ ਪਿਆ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਘੋੜੇ ਤੋਂ ਥੱਲੇ ਉਤਰ ਆਏ। ਤੂੰ ਗੁਰੂ ਘਰ ਦੇ ਵਿੱਚ ਰਿਹਾ ਏ, ਗੁਰੂ ਕੇ ਲੰਗਰਾਂ ਦੇ ਨਾਲ ਤੇਰੀ ਪਰਵਰਿਸ਼ ਹੋਈ ਹੈ, ਗੁਰੂ ਦੀ ਬਾਣੀ ਤੇਰੇ ਕੰਨਾਂ ਦੇ ਵਿੱਚ ਪੈਂਦੀ ਰਹੀ ਹੈ। ਤੇ ਉਹ ਥੱਲੇ ਡਿੱਗਿਆ ਹੋਇਆ, ਹਾਏ ਮਾਂ, ਜਦੋਂ ਬੰਦਾ ਮੁਸੀਬਤ 'ਚ ਹੁੰਦਾ ਮਾਂ ਚੇਤੇ ਆਉਂਦੀ, ਸੁਭਾਵਕ ਹੈ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਭਲਿਆ, ਇਹ ਹਾਏ ਮਾਂ ਨਹੀਂ, ਇਹ ਹਾਏ ਅੱਲਾ ਕਹਿਣ ਦਾ ਵੇਲਾ ਹੈ, ਹਾਏ ਵਾਹਿਗੁਰੂ ਕਹਿਣ ਦਾ ਵੇਲਾ ਹੈ। ਉਸ ਮਾਲਕ ਨੂੰ ਚੇਤੇ ਕਰ, ਹੋ ਸਕਦਾ ਤੇਰੀ ਸਮਾਈ ਉਹਦੇ ਚਰਨਾਂ ਦੇ ਵਿੱਚ ਹੋ ਜਾਵੇ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਬਾਬਤ ਜਦੋਂ ਭਾਈ ਗੁਰਦਾਸ ਜੀ ਹੋਰਾਂ ਨੇ ਕਲਮ ਚਲਾਈ ਹੈ ਤੇ ਉਹਨਾਂ ਦੇ ਇਹ ਬੋਲ ਬੜੇ ਗਜਬ ਦੇ ਨੇ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਇਹ ਪੌੜੀ ਦੀ ਪ੍ਰਾਰੰਭਤਾ ਹੁੰਦੀ ਹੈ 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ
ਉਪਕਾਰੀ ਤੇ ਗੁਰੂ ਰੂਪ ਸਾਧ ਸੰਗਤ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਮਹਿਮਾ ਜੇ ਕੋਈ ਮਨੁੱਖ ਆਖੇ ਕਿ ਮੈਂ ਇਸ ਜ਼ੁਬਾਨ ਤੋਂ ਮੁਕੰਮਲ ਰੂਪ ਦੇ ਵਿੱਚ ਬਿਆਨ ਕਰ ਲਾਂਗਾ, ਕਿਉਂਕਿ ਬੰਦੇ ਦੀ ਅਕਲ ਬੜੀ ਛੋਟੀ ਤੇ ਸੂਖਸ਼ਮ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਬੜੇ ਵਡਮੁੱਲੇ ਬੋਲ ਨੇ ਜਿਨ੍ਹਾਂ ਨੂੰ ਯਾਦ ਨੇ ਜ਼ਰੂਰ ਦੁਹਰਾਇਆ ਜੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ, ਸਾਡੇ ਵਿੱਚ ਇਹ ਸਮਰੱਥਾ ਤੇ ਤਾਕਤ ਨਹੀਂ ਹੈਗੀ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਨ ਨਾ ਜਾਈ। ਤੇ ਗੁਰੂ ਰੂਪ ਸਾਧ ਸੰਗਤ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਦੋਂ ਸਾਰੇ ਦੇ ਸਾਰੇ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾ ਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵੱਲ ਪਹੁੰਚ ਰਹੇ ਨੇ, ਤੇ ਰਸਤੇ ਦੇ ਵਿੱਚ ਗਵਾਲੀਅਰ ਦੇ ਨਾਲ ਲੱਗਦਾ ਹੀ ਅਗਲਾ ਨਗਰ ਹੈ ਜਿੱਥੇ ਅੱਜ ਕੱਲ੍ਹ ਤਾਜ ਮਹਿਲ ਸੁਸ਼ੋਭਿਤ ਹੈ, ਜਿਹਨੂੰ ਆਗਰੇ ਦੇ ਨਾਂ ਨਾਲ ਚੇਤੇ ਕੀਤਾ ਜਾਂਦਾ ਹੈ। ਤੇ ਉਸ ਥਾਂ ਦੇ ਉੱਤੇ ਜਹਾਂਗੀਰ ਜਿਹੜਾ ਇੰਨਾ ਪ੍ਰਭਾਵਿਤ ਹੋਇਆ ਗੁਰੂ ਕੀ ਆਭਾ ਸੁਣ ਕੇ, ਗੁਰੂ ਕੀ ਅਸੀਸ ਬਖਸ਼ੀਸ਼ ਪ੍ਰਾਪਤ ਕਰਨ ਵਾਸਤੇ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉੱਥੇ ਪਹੁੰਚਦਾ। ਤੇ ਗੁਰੂ ਰੂਪ ਸਾਧ ਸੰਗਤ ਸ਼ਾਮ ਦਾ ਵੇਲਾ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਟਿਕਾਣਾ ਵੀ ਆਗਰੇ ਹੈ ਤੇ ਜਹਾਂਗੀਰ ਨੇ ਵੀ ਆਗਰੇ ਟਿਕਾਣਾ ਕੀਤਾ ਹੈ। ਲੰਬੇ ਅਰਸੇ ਤੋਂ ਗੁਰੂ ਗੁਰੂ ਜਪਣ ਵਾਲਾ, ਰੱਬ ਦੇ ਨਾਂ ਨਾਲ ਗੁਰੂ ਨਾਨਕ ਸਾਹਿਬ ਨੂੰ, ਗੁਰੂ ਅਰਜਨ ਸਾਹਿਬ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰਨ ਵਾਲਾ, ਸਾਡੇ ਇਤਿਹਾਸ ਦੀ ਇਹ ਬੜੀ ਕੀਮਤੀ ਵੰਨਗੀ ਹੈ। ਪਰ ਇਹਦੇ ਵਿੱਚ ਵਿਡੰਬਣਾ ਇਹ ਹੈ ਵੀ ਉਸ ਸਿੱਖ ਦਾ ਨਾਂ ਨਹੀਂ ਸਾਡੇ ਕੋਲ ਮੌਜੂਦ। ਉਹਦੇ ਬਾਬਤ ਜਿਹੜੇ ਅੱਖਰ ਲਿਖੇ ਨੇ ਕਿ ਉਹ ਘਾਹ ਵੇਚ ਕੇ, ਘਾਹ ਵੱਢ ਕੇ ਵੇਚ ਕੇ ਆਪਣੇ ਜੀਵਨ ਦਾ ਗੁਜ਼ਾਰਾ ਕਰਦਾ ਹੈ। ਸਿੱਖ ਦਾ ਕਿਰਦਾਰ ਕੀ ਹੈ, ਸ਼ਖਸੀਅਤ ਕੀ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਹ ਬੋਲ ਬੋਲਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਗੁਰੂ ਰੂਪ ਸਾਧ ਸੰਗਤ ਇਹ ਬੋਲ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ, ਗੁਸਈਆਂ ਮੇਰਾ ਮਾਥੈ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ, ਨੀਚਾਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਐਸੀ ਸਮਰੱਥਾ, ਐਸੀ ਤਾਕਤ ਵਾਲਾ ਹੈ। ਤੇ ਗੁਰੂ ਰੂਪ ਸਾਧ ਸੰਗਤ ਤਵੱਜੋ ਬਖਸ਼ਿਆ ਜੇ, ਇਕਾਗਰਤਾ ਬਖਸ਼ਿਆ ਜੇ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਦਿਨ ਤੇ ਰਾਤ ਤਾਂਗ ਲੈ ਕੇ ਉਹ ਸਿੱਖ ਗੁਰੂ ਨੂੰ ਚੇਤੇ ਕਰਦਾ। ਅੱਜ ਕੰਨਾਂ ਵਿੱਚ ਆਵਾਜ਼ ਪਈ ਕਿ ਮੀਰੀ ਪੀਰੀ ਦੇ ਮਾਲਕ ਆਗਰੇ ਦੀ ਧਰਤੀ ਉੱਤੇ ਪਹੁੰਚੇ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਘਾਹ ਖੋਤਰਿਆ, ਘਾਹ ਦੀ ਪੰਡ, ਸਾਰਾ ਸਰੀਰ ਪਸੀਨੋ ਪਸੀਨ ਹੈ। ਘਾਹ ਦੀ ਪੰਡ ਸਿਰ ਦੇ ਉੱਤੇ ਰੱਖੀ ਹੈ। ਇੱਕ ਘਾਹ ਦੀ ਪੰਡ ਮੈਂ ਸੁਣਿਆ ਵੱਡੇ ਵਡੇਰਿਆਂ ਕੋਲੋਂ, ਜਦੋਂ ਕਿਸੇ ਵੱਡੇ ਨੂੰ ਮਿਲਣ ਜਾਈਏ ਖਾਲੀ ਹੱਥ ਨਹੀਂ ਜਾਈਦਾ, ਕੁਝ ਨਾ ਕੁਝ ਨਾਲ ਲੈ ਕੇ ਜਾਈਦਾ, ਇਸ ਭਾਵਨਾ ਦੇ ਨਾਲ ਕਿ ਮੈਂ ਗੁਰੂ ਨੂੰ ਜਾ ਕੇ ਭੇਟਾ ਕਰਾਂਗਾ। ਜਿਸ ਵਕਤ ਉਸ ਟਿਕਾਣੇ ਉੱਤੇ ਜਿੱਥੇ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਟਿਕੇ ਹੋਏ ਨੇ, ਰੁਕੇ ਹੋਏ ਨੇ, ਉੱਥੇ ਪੁੱਜਾ ਤੇ ਬਾਹਰ ਖਲੋਤੇ ਪਹਿਰੇਦਾਰ ਨੂੰ, ਚੌਬਦਾਰ ਨੂੰ ਸਵਾਲ ਕਰਦਾ, ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਮੈਂ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ ਆਇਆ। ਮਨ ਟਿਕਾ ਕੇ ਸਰਵਣ ਕਰਿਆ ਜੇ ਸਾਧ ਸੰਗਤ। ਉਸ ਪਹਿਰੇਦਾਰ ਨੇ
ਸਰੀਰ ਤੋਂ ਆਉਂਦੀ ਹੋਈ ਪਸੀਨੇ ਦੀ ਜਿਹੜੀ ਸਮੈਲ ਹੈ, ਕੱਪੜੇ ਬਹੁਤੇ ਖੂਬਸੂਰਤ ਨਹੀਂ, ਅੰਦਾਜ਼ਾ ਲਗਾਇਆ ਇਹ ਜ਼ਰੂਰ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਵਾਸਤੇ ਆਇਆ ਹੋਣਾ ਹੈ ਤੇ ਮਨ ਦੇ ਵਿੱਚ ਕੋਈ ਲਾਲਸਾ ਹੋਵੇਗੀ ਕਿ ਮੈਨੂੰ ਕੁਝ ਪ੍ਰਾਪਤ ਹੋ ਜਾਵੇ, ਕੁਝ ਮਿਲ ਜਾਏ। ਇਸ ਭਾਵਨਾ ਦੇ ਅਧੀਨ ਸਾਧ ਸੰਗਤ ਉਸ ਗੁਰੂ ਕੇ ਲਾਲ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਦੀ ਥਾਂ ਦੇ ਉੱਤੇ ਉਸ ਪਹਿਰੇਦਾਰ ਨੇ ਜਹਾਂਗੀਰ ਦੇ ਕੋਲ ਭੇਜ ਦਿੱਤਾ। ਸਾਧ ਸੰਗਤ, ਜੇ ਅਸੀਂ ਫਿਜ਼ੀਕਲੀ ਕਿਸੇ ਦੇ ਦਰਸ਼ਨ ਨਾ ਕੀਤੇ ਹੋਣ ਤੇ ਉਹਦਾ ਨਤੀਜਾ ਇਹ ਨਿਕਲਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਬੋਲਦੇ ਨੇ, ਬਾਬਾ ਬਸੈ ਗ੍ਰਾਮ ਬਕਾਲੇ, ਗਿਆਨੀ ਜੀ ਉਥੇ 22 ਮੰਜੀਆਂ ਲੋਕ ਆਪਣੇ ਆਪ ਨੂੰ ਹਰ ਕੋਈ ਨਵਾਂ ਪਾਤਸ਼ਾਹ ਦੱਸਣ ਲੱਗਾ। ਕਾਰਨ ਬੜਾ ਸਪਸ਼ਟ ਹੈ ਕਿ ਜਦੋਂ ਭਾਈ ਮੱਖਣ ਸ਼ਾਹ ਲਬਾਣਾ ਜਾ ਕੇ ਇਹ ਗੱਲ ਜਗ ਜ਼ਾਹਰ ਕਰਦਾ ਹੈ ਕਿ ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਸਾਧ ਸੰਗਤ ਸੱਚੀ ਗੱਲ ਤੇ ਹੈ, ਮੈਂ ਬੇਨਤੀ ਲੱਗਾ ਕਰਨ, ਜਿਸ ਦਿਨ ਸਾਡੀ ਸੁਰਤ ਭਾਈ ਮੱਖਣ ਸ਼ਾਹ ਲਬਾਣੇ ਜਿੰਨੀ ਸਿਆਣੀ ਹੋ ਜਾਏਗੀ ਨਾ, ਕਿਸੇ ਦੇਹਧਾਰੀ ਗੁਰੂ ਡੰਮ ਨੂੰ ਥਾਂ ਨਹੀਂ ਲੱਭਣੀ। ਸੰਸਾਰ ਵਿੱਚ ਐਮਾਜ਼ੋਨ ਤੋਂ ਲੈ ਕੇ ਜਿੰਨੇ ਸਟੋਰ, ਜਿੰਨੀਆਂ ਦੁਕਾਨਾਂ ਖੁੱਲੀਆਂ ਨੇ, ਭਾਵੇਂ ਉਹ ਧਰਮ ਦੇ ਨਾਂ ਥੱਲੇ ਹੋਣ ਤੇ ਭਾਵੇਂ ਕਿਸੇ ਹੋਰ ਦੇ ਨਾਂ ਥੱਲੇ ਹੋਣ, ਇਹ ਚੇਤੇ ਰੱਖਿਆ ਜੇ ਉਹਨਾਂ ਦੇ ਵਪਾਰੀ ਹੈਗੇ ਨੇ ਤਾਂ ਹੀ ਖੁੱਲੀਆਂ ਨੇ। ਉਹ ਗੱਲ ਵੱਖਰੀ ਏ ਕਿ ਭਾਵੇਂ ਉਹ ਸਾਰੀ ਉਮਰ ਆਪਣੇ ਆਪ ਨੂੰ ਰੱਬ ਅਖਵਾਉਂਦੇ ਰਹੇ ਨੇ, ਅੱਜ ਵਿਚਾਰੇ ਜੇਲ੍ਹਾਂ 'ਚ ਡੱਕੇ ਹੋਏ ਨੇ। ਤੇ ਜੁਰਮ ਵੀ ਐਸੇ ਨੇ ਜਿਹੜੇ ਕਿਸੇ ਚੰਗੇ ਸਮਾਜਿਕ ਪ੍ਰਾਣੀ ਨੂੰ ਸ਼ੋਭਾ ਨਹੀਂ ਦਿੰਦੇ। ਮੈਂ ਸਮਾਪਤੀ ਵਾਲੇ ਪਾਸੇ ਆਵਾਂ, ਫਿਰ ਆਗਰੇ ਦੀ ਧਰਤੀ ਉੱਤੇ ਆਪਣਾ ਧਿਆਨ ਟਿਕਾਈਏ। ਜਿਸ ਵਕਤ ਉਸ ਸਿੱਖ ਨੇ ਜਹਾਂਗੀਰ ਦੇ ਸਨਮੁਖ ਜਾ ਕੇ ਇੱਕ ਟਕਾ ਤੇ ਨਾਲ ਘਾਹ ਦੀ ਪੰਡ ਰੱਖੀ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ, ਸਿਰ ਉੱਤੇ ਚੁੱਕਿਆ ਤੇ ਲਫ਼ਜ਼ ਬੋਲੇ, ਸੱਚੇ ਪਾਤਸ਼ਾਹ। ਜਹਾਂਗੀਰ ਸਮਝ ਗਿਆ ਵੀ ਰੌਂਗ ਨੰਬਰ ਡਾਇਲ ਹੋ ਗਿਆ, ਗਲਤ ਥਾਂ ਤੇ ਆ ਗਿਆ। ਮੈਂ ਬਾਦਸ਼ਾਹ ਜ਼ਰੂਰ ਹਾਂ ਪਰ ਮੈਂ ਸੱਚਾ ਪਾਤਸ਼ਾਹ ਨਹੀਂ ਹੈਗਾ, ਸੱਚਾ ਪਾਤਸ਼ਾਹ ਨਹੀਂ ਹੈਗਾ। ਜਿਹੜਾ ਕੁਝ ਬੰਦਾ ਨਾ ਹੋਵੇ, ਜੇ ਉਹ ਬਣੇ ਨਾ ਤੇ ਉਹ ਮੁਸੀਬਤ 'ਚ ਬੜਾ ਡੂੰਘਾ ਫਸਦਾ ਹੈ, ਕਿਉਂਕਿ ਉਹ ਹੈ ਨਹੀਂ, ਸਿਰਫ ਡਰਾਮਾ ਕਰ ਰਿਹਾ, ਐਕਟਿੰਗ ਕਰ ਰਿਹਾ। ਤੇ ਧਰਮ ਦੀ ਦੁਨੀਆ ਵਿੱਚ ਇਹ ਵਿਲੱਖਣ ਗੱਲ ਹੈ ਵੀ ਧਰਮੀ ਹੈ ਨਹੀਂ ਬੰਦਾ, ਪਰ ਸ਼ੋਅ ਆਫ ਇਹ ਕਰ ਰਿਹਾ ਵੀ ਸਾਰਾ ਧਰਮ ਮੇਰੇ ਲਾਹਮੇ ਚਾਹਮੇ ਖਲੋਤਾ ਹੋ ਗਿਆ, ਮੈਂ ਮਾੜਾ ਜਿਹਾ ਵੀ ਸੱਜੇ ਖੱਬੇ ਹੋਇਆ, ਪਤਾ ਨਹੀਂ ਸਾਰੀ ਸਿੱਖ ਕੌਮ ਦਾ ਕੀ ਬਣਨਾ। ਮੈਨੂੰ ਵੀ ਇਹ ਭਰਮ ਹੈ, ਹੋਰ ਵੀ ਬੜੇ ਸਾਰੇ ਨੇ ਜਿਹੜੇ ਇਹ ਭਰਮ ਪਾਲ ਕੇ ਬੈਠੇ ਹੋਏ ਨੇ। ਸਮਾਪਤੀ ਕਰੀਏ ਸਾਧ ਸੰਗਤ। ਜਹਾਂਗੀਰ ਆਪਣੇ ਮੂੰਹੋਂ ਮੰਨਦਾ ਹੈ ਵੀ ਮੈਂ ਬਾਦਸ਼ਾਹ, ਮੈਂ ਸੱਚਾ ਪਾਤਸ਼ਾਹ ਨਹੀਂ ਹੈਗਾ। ਉਹ ਸਿੱਖ ਜਿਹਦੇ ਸਰੀਰ 'ਚੋਂ ਸਾਰਾ ਦਿਨ ਪਸੀਨਾ ਵਗਿਆ, ਇੱਕ ਕੌਡੀ ਅੱਗੇ ਰੱਖੀ ਹੋਈ ਹੈ, ਟਕਾ ਉਹਨਾਂ ਦਿਨਾਂ 'ਚ ਪ੍ਰਚਲਿਤ ਸੀ, ਘਾਹ ਦੀ ਪੰਡ ਨਾਲ ਰੱਖੀ ਹੋਈ ਹੈ। ਇਹ ਬੋਲਦਿਆਂ ਹੋਇਆਂ ਉਹ ਟਕਾ ਸਿੱਖ ਉਹਦੇ ਸਨਮੁਖ ਜਹਾਂਗੀਰ ਦੇ ਕੋਲੋਂ ਚੁੱਕਦਾ ਹੈ ਕਿ ਮੇਰੇ ਗੁਰੂ ਨੇ ਸਮਝਾਇਆ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਅਮਾਨਤ ਵਿੱਚ ਖਿਆਨਤ ਕਰਨੀ, ਦਿਆਨਤਦਾਰੀ ਨਹੀਂ ਹੁੰਦੀ। ਜਿਹਦੀ ਚੀਜ਼ ਹੈ ਉਹਦੇ ਤੱਕ ਪਹੁੰਚਾਉਣੀ ਚਾਹੀਦੀ ਹੈ, ਉਹਦੇ ਵਿੱਚ ਵਾਧ ਘਾਟ ਨਹੀਂ ਕਰਨੀ ਚਾਹੀਦੀ। ਇਹ ਮੈਂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਲਿਆਇਆ ਤੇ ਮੈਂ ਉਹਨੂੰ ਹੀ ਭੇਟਾ ਕਰਾਂਗਾ। ਤੇ ਗੁਰੂ ਰੂਪ ਸਾਧ ਸੰਗਤ ਜਦੋਂ ਉਹ ਟਕਾ ਚੁੱਕਿਆ ਨਾ, ਤੇ ਜਹਾਂਗੀਰ ਪਤਾ ਕੀ ਕਹਿੰਦਾ, ਮੈਂ ਤੇ ਆਪਣੇ ਮਨ 'ਚ ਭਰਮ ਪਾਲ ਕੇ ਬੈਠਾ, ਮੈਂ ਬਾਦਸ਼ਾਹ, ਮੈਂ ਰਾਜਾ, ਪਰ ਤੇਰੀ ਨਿਗਾਹ ਦੇ ਵਿੱਚ ਤੇ ਮੇਰਾ ਮੁੱਲ ਇੱਕ ਕੌਡੀ ਵੀ ਨਹੀਂ ਹੈਗਾ। ਤੂੰ ਇਹ ਕੌਡੀ ਰਹਿਣ ਦੇ, ਇਹਦੇ ਬਦਲੇ ਜੋ ਕਹੇਂਗਾ ਮੈਂ ਤੈਨੂੰ ਦਿਆਂਗਾ। ਪਰ ਸਿੱਖ ਕਹਿਣ ਲੱਗਾ, ਨਹੀਂ, ਇਹ ਕਦੇ ਨਹੀਂ ਹੋ ਸਕਦਾ। ਤੇ ਜਦੋਂ ਜਾਂਦੇ ਹੋਏ ਨੇ ਘਾਹ ਦੀ ਪੰਡ ਨੂੰ ਹੱਥ ਪਾਇਆ ਤੇ ਕਹਿੰਦਾ, ਪਹਿਲਾਂ ਕੌਡੀਆਂ ਖੋਟਾ ਕੀਤਾ ਹੀ, ਹੁਣ ਕੱਖੋਂ ਵੀ ਹੌਲਾ ਕਰ ਚੱਲੇ।
कखो भी सतगुर पारस परसै, कंचन करे मनूर मलीना, सतगुर बावन चंदन है, वास सुवास करे संग लीना। इसे पौड़ी दे विच अगे जाके पाठ है, सतगुर बंदी छोड़ है जीवन मुकत। जीवन मुकत विकारां तो मुक्ति दे नाल होना है। गुरु अर्जन साहब नूं पुछिए जीवन मुक्त कौन है, सारियां नूं तुहानूं पाठ याद है, जरूर किरपा करिया जे। प्रभ की आग्या आत्म हितावै, जीवन मुकत सऊ कहावै। ओदी खेड़ किवें दी है, तैसा हरख तैसा उस सोग, सदा आनंद तै नहीं वियोग। तैसा स्वर्ण तैसी उस माटी, तैसा अमृत तैसी बिख खाटी। तैसा मान तैसा अभिमान, तैसा रंक तैसा राजान। जो वरताए साई जुगत, नानक ओ पुरख कहिए। उची नानक ओ पुरख कहिए जीवन मुक्त। साध संगत गुरु हरगोबिंद साहब ते 52 छड़वा लिया है ना ते इन्ना साडा कोई छड्डना है, भावें उम्र पूरी हो गई है, सज़ा पूरी हो गई है, ते ना ही मैनू लगदा सानू हुण आस करनी चाहिए। फिर भी असी बंदी छोड़ दाते दी जय जयकार करिए। जो जीवन की समझ मेरे तन सतगुरु श्री गुरु ग्रंथ साहब ने सानू दिती है, ओदी रोशनी दे विच विकारां तो बच के इस संसार दे विच आया सुहेला कर सकीए। बहुत सारियां वधाइयां, भुल्लां चुक्कां लिखिमा। गुरफतेह दी सांझ करो। आखो जी वाहिगुरू जी का खालसा।